कि THQ के बाहर एक ऐसा रोबोट खड़ा कर दे कि अब मरीज़ अंदर दाखिल होने की कोशिश करे तो वो रोबोट उसी वक्त बोल के बता दे कि ਇਹਨੂੰ ਲਾਹੌਰ ਲੈ ਜਾਓ। ਪਹਿਲੇ ਬੱਚੇ ਦਾ ਵੀ ਇੰਜ ਕੀਤਾ 9 ਮਹੀਨੇ ਤੇ ਧੱਕੇ ਖਾਏ ਦੇ, ਜੋ ਐਂ ਟਾਈਮ ਆਉਂਦਾ ਉਸ ਟਾਈਮ ਸਾਨੂੰ ਜ਼ਲੀਲ ਕਰਦੇ ਨੇ। ਉਸ ਟਾਈਮ ਅਸੀਂ ਪ੍ਰਾਈਵੇਟ ਕਰਵਾਇਆ, ਵਿੱਚ ਰਾਸਤੇ 'ਚ ਹੋ ਗਈ ਬੱਚੇ ਦੀ। ਰਾਸਤੇ ਦੇ ਵਿੱਚ ਜਾਂਦੇ ਆਂ ਇਹ ਡਾਕਟਰਾਂ ਨੂੰ पता नहीं लगा कि रस्ते डिलीवरी हो जानी है। सरकारी हॉस्पिटल तो आवाम की खिदमत के लिए बनाए गए थे, मगर यहाँ पर आवाम को जलीलो ख्वार किया जाता है। डॉक्टरों की मुबैना गफलत और नाअहली की वजह से यहाँ पर एक बड़ा ही नाखुशगवार वाक़या पेश आया। ये अरसा दराज से एक ही लफ्ज़ मुरीद के THQ में बोला जाता है कि एनु लाहौर ले जाओ। कोई भी मामला होता है, चाहे डिलीवरी का हो, चाहे छोटा सा एमरजेंसी भी क्यों ना हो, तो उसे फौरी तौर पर लाहौर रेफ़र कर दिया जाता है। ये ख़वातीन एहतजाजन मेरे साथ यहाँ पर खड़ी हुई हैं और इनसे जानते हैं कि इनके साथ ऐसा कौन सा वाक़या पेश आया कि इनको मीडिया पे आने की ज़रूरत पेश आ गई। अस्सलाम वालेकुम। वालेकुम सलाम। मेरी बहन कैसी हैं आप? अल्लाह का शुक्र ठीक। अच्छा, क्या वाक़या आप लोगों के साथ पेश आया है? हम ना 7 माह से यहाँ चेकअप 9 माह यहाँ चेकअप हमारा हुआ है। पंजाबी में ही गल कर लो कोई बात ਅੱਛਾ नहीं। हाँ। ਅਸੀਂ ਇੱਥੇ ਚੈੱਕ ਕਰਵਾਉਂਦੇ ਰਹੇ ਬੱਚੇ ਨੂੰ, ਤੇ ਲੇਕਿਨ ਜਦੋਂ ਐਂਡ ਟਾਈਮ ਆਇਆ ਡਿਲੀਵਰੀ ਦਾ ਮਸਲਾ ਹੈਗਾ ਸੀ, ਚਲੋ ਉਹਨਾਂ ਨੇ ਇਸ ਟਾਈਮ ਇਹਨਾਂ ਕਾ ਜੀ ਐਮਰਜੈਂਸੀ ਲਾਹੌਰ ਲਾਈ, ਸਾਡੇ ਵਾਰੀ ਚ ਦੇ ਅਸਾਂ ਦਾ ਕੇਸ ਤੁਹਾਡੇ ਪੇਸ਼ੈਂਟ ਦਾ ਨਾਂ ਕੀ ਹੈ? ਵਜੀਹਾ ਅੱਛਾ, ਵਜੀਹਾ ਬੀਬੀ ਸੀ। ਉਹ ਕਿੰਨੀ ਦੇਰ ਇੱਥੇ ਚੈੱਕਅਪ ਕਰਵਾਉਂਦੇ ਰਹੇ ਨੇ? 7 ਮਾਹ। 7ਵਾਂ ਪੂਰੇ ਚੈੱਕਅਪ ਕਰਵਾਉਂਦੇ ਰਹੇ ਨੇ। ਫਿਰ ਤੁਸੀਂ ਲੈ ਕੇ ਆਏ ਹੋ ਹਾਂਜੀ ਇੱਥੇ ਗਾਇਨੀ ਜੀ। ਤੇ ਫਿਰ ਉਹਨਾਂ ਕੀ ਕਿਹਾ ਤੁਹਾਨੂੰ? ਇਹਨਾਂ ਕਿਹਾ ਬਈ ਸਾਡੇ ਵਾ ਡਿਲੀਵਰੀ ਜਿਹੜਾ ਮਸਲਾ ਇਹਨੂੰ ਇਹਦਾ ਬੇਬੀ ਜਰਾ ਨਾ ਨਰਸਰੀ ਚ ਰੱਖਿਆ ਜਾਏਗਾ, ਇਹਨੂੰ ਤੁਸੀਂ ਲੈ ਜਾਓ ਇੱਥੋਂ। ਡਿਲੀਵਰੀ ਉਹਦੀ ਐਂਡ ਟਾਈਮ ਤੇ ਹੋ ਜਾਣੀ, ਅਸੀਂ ਕਿਹਾ ਡਿਲੀਵਰੀ ਕਰ ਦਿਓ ਬੇਬੀ ਅਸੀਂ ਲੈ ਜਾਾਂਗੇ। ਇਹਨਾਂ ਕਹਿੰਦੇ ਨਹੀਂ ਜੀ ਅਸੀਂ ਰੈਫਰ ਕਰਤਾ। ਫਿਰ ਰਾਸਤੇ ਵਿੱਚ ਉਹਨੇ ਇੰਨਾ ਡਿਲੀਵਰੀ ਚ ਰਾਸਤੇ ਚ ਉਹਦੀ ਹੋ ਗਈ ਬੱਚੇ ਦੀ। ਰਾਸਤੇ ਦੇ ਵਿੱਚ ਜਾਂਦੇ ਆਂ ਇਹ ਡਾਕਟਰਾਂ ਨੂੰ ਪਤਾ ਨਹੀਂ ਲੱਗਾ ਕਿ ਰਸਤੇ ਡਿਲੀਵਰੀ ਹੋ ਜਾਣੀ ਹੈ? ਨਹੀਂ ਜੀ, ਉਹਨਾਂ ਨੇ ਇਹਨਾਂ ਕਿਹਾ ਵੀ ਇਹਨਾਂ ਪਤਾ ਸੀ ਕਿ 10 ਮਿੰਟ ਬਾਅਦ ਇਹ ਮਸਲਾ ਬਣ ਜਾਣਾ, ਲੇਕਿਨ ਉਹ ਕਹਿੰਦੇ ਅਸਾਂ ਨਹੀਂ ਰੱਖਣਾ, ਲਾਈਓ ਤੁਸੀਂ। ਉਹ ਗਾੜੀ ਦੇ ਵਿੱਚ ਹੀ ਹੋ ਗਿਆ, ਉਹਨੇ ਇੰਨਾ ਖੂਨ ਉਹਦੀ ਬਲੱਡ ਹੋਇਆ ਮਸਲਾ, ਹੁਣ 2 ਡ੍ਰਿਪਾਂ ਲਗਾ, ਇਸ ਟਾਈਮ ਉਹ ਖਤਰੇ 'ਚ। ਅੱਛਾ, ਤੁਸੀਂ ਇੱਥੋਂ THQ ਤੋਂ ਜਦੋਂ ਤੁਸੀਂ ਨਿਕਲ ਕੇ ਗਏ ਹੋ ਤੇ ਕਿੰਨੀ ਦੇਰ ਬਾਅਦ ਜਾ ਕੇ ਕਿੰਨੀ ਦੂਰ ਜਾ ਕੇ ਬੇਬੀ ਜਿਹੜੀ ਹੈ ਨਾ ਆਪਣਾ ਪੈਦਾ ਹੋਇਆ? 10 ਮਿੰਟ ਵੀ ਨਹੀਂ ਗੁਜ਼ਰੇ ਹੈਗੇ, 10 ਮਿੰਟ ਬਾਅਦ ਉਹਦੀ ਡਿਲੀਵਰੀ ਹੋ ਗਈ। ਰਿਸ਼ਤੇਦਾਰਾਂ ਵੀ ਨਹੀਂ ਲੰਘੇ ਹੈਗੇ। ਰਿਸ਼ਤੇਦਾਰਾਂ ਵੀ ਲੰਘੇ ਨਹੀਂ, ਰਾਸਤੇ ਡਿਲੀਵਰੀ ਹੋ ਗਈ। ਤੇ ਪੇਸ਼ੈਂਟ ਦੀ ਕੀ ਹਾਲਾਤ ਸਨ ਉੱਥੇ? ਪੇਸ਼ੈਂਟ ਬਹੁਤ ਖਤਰੇ ਦੇ ਵਿੱਚ ਨਾ ਜਾਂਦੇ ਸਰ, ਉਹਨਾਂ ਇੰਨਾ ਇੱਥੇ ਬੇਹੋਸ਼ ਸੀ, ਚੁੱਕ ਕੇ ਸਾਨੂੰ ਗਾੜੀ ਦੇ ਵਿੱਚ ਡਾਲਿਆ, ਐਮਰਜੈਂਸੀ ਬੁਲਾ ਕੇ ਉੱਥੇ ਗਏ ਨਾ। ਜ਼ਿੰਮੇਦਾਰ ਸਨ ਹਸਪੀਟਲ ਦੇ MS ਜਾਂ ਕੋਈ ਹੋਰ, ਤੁਸੀਂ ਉਹਨਾਂ ਨੂੰ ਦੱਸਿਆ ਨਹੀਂ ਕਿ ਸਾਡੇ ਪੇਸ਼ੈਂਟ ਦਾ ਇਹ ਹਾਲ ਹੈ? ਉਸ ਟਾਈਮ ਸਾਨੂੰ ਆਪਣੀ ਜ਼ਿੰਮੇਵਾਰੀ ਪਈ ਸੀ, ਕੋਈ ਗੱਲ ਹੀ ਨਹੀਂ ਸੁਣਨ ਡਿਆ, ਤੇ ਅਸੀਂ ਕੀ ਕਹਿੰਦੇ ਕਿਸੇ ਨੂੰ। ਅੱਗੇ ਵੀ ਪਹਿਲੇ ਬੱਚੇ ਦਾ ਵੀ ਇੰਜ ਕੀਤਾ 9 ਮਹੀਨੇ ਤੇ ਧੱਕੇ ਖਾਏ ਦੇ, ਜੋ ਐਂ ਟਾਈਮ ਆਉਂਦਾ ਉਸ ਟਾਈਮ ਸਾਨੂੰ ਜ਼ਲੀਲ ਕਰਦੇ ਨੇ। ਉਸ ਟਾਈਮ ਅਸੀਂ ਪ੍ਰਾਈਵੇਟ ਕਰਵਾਇਆ। ਪਹਿਲੇ ਵੀ ਤੁਹਾਡੇ ਨਾਲ ਇਸ ਤਰ੍ਹਾਂ ਹੀ ਵਾਕਿਆ ਹੋ ਚੁੱਕਾ ਹੋਇਆ ਇੱਕ ਜਗ੍ਹਾ। ਕੀ ਉਸ ਡਾਕਟਰ ਦਾ ਕੀ ਨਾਂ ਸੀ? ਸ਼ਾਜ਼ੀਆ ਡਾਕਟਰ ਸਾਹਿਬ ਡਾਕਟਰ ਸ਼ਾਜ਼ੀਆ ਨਾਂ ਸੀ ਜੀ। ਤੇ ਜਿਨ੍ਹਾਂ ਤੁਹਾਨੂੰ ਇੱਥੋਂ ਲਾਹੌਰ ਭੇਜ ਦਿੱਤਾ? ਰੈਫਰ ਕੀਤਾ ਉਹਨਾਂ ਕਹਿੰਦੇ ਸਾਡੇ ਅਸਾਂ ਨਹੀਂ ਰੱਖਣਾ ਗਾ, ਲਾਇਓ ਰੈਫਰ, ਬੱਚਾ ਦਾ ਨਾਮ ਉੱਥੇ ਜਾਏਗਾ। ਤੁਹਾਨੂੰ ਕਿਹਨੇ ਦੱਸਿਆ ਸੀ ਕਿ ਤੁਹਾਡਾ ਜਿਹੜਾ ਬੱਚਾ ਜਿਹੜੀ ਤੁਹਾਡਾ ਮਰੀਜ਼ਾ ਹੈ ਕਿ ਬੜੀ ਜਲਦੀ ਉਹਦੀ ਬੱਚੇ ਦੀ ਪੈਦਾਇਸ਼ ਹੋ ਜਾਣੀ ਹੈ? ਕਿਸੇ ਨੇ ਨਹੀਂ ਦੱਸਿਆ ਹੈਗਾ ਸਾਨੂੰ। ਇਹ ਡਾਕਟਰਾਂ ਨੇ ਦੱਸਿਆ? ਨਹੀਂ। ਤੇ ਤੁਹਾਨੂੰ ਫਿਰ ਕਿਵੇਂ ਪਤਾ ਸੀ ਕਿ ਤੁਸੀਂ ਆਪ ਕਹਿ ਰਹੇ ਹੋ ਡਾਕਟਰਾਂ ਨੂੰ ਕਿ ਬੱਚੇ ਦੀ ਤੁਸੀਂ ਕਮ ਸੇ ਕਮ ਡਿਲੀਵਰੀ ਤੇ ਇੱਥੇ ਕਰੋ ਨਾ? ਅੰਦਰ ਅਸੀਂ ਆਏ ਆ, ਐਮਰਜੈਂਸੀ ਦਰਦਾਂ ਤੇਜ਼ ਹੋ ਗਿਆ 7 ਮੰਥ ਚ। ਅੰਦਰ ਚੈੱਕ ਕੀਤਾ, ਉਹਨਾਂ ਕਿਹਾ ਭਾਈ ਭਈ ਇਹਦਾ ਮਸਲਾ ਨਾ ਡਿਲੀਵਰੀ ਹੋ ਜਾਣੀ ਹੈ, ਨਾਰਮਲ ਡਿਲੀਵਰੀ ਹੋਏਗੀ, ਲੇਕਿਨ ਇਹਦਾ ਬੇਬੀ ਜਰਾ ਨਾ ਨਰਸਰੀ ਚ ਲੱਗੇਗਾ। ਅਸਾਂ ਕਿਹਾ ਭਾਈ ਇਹਦੀ ਹਾਲਤ ਖਰਾਬ ਹੈ, ਤੁਸੀਂ ਡਿਲੀਵਰੀ ਕਰ ਦਿਓ, तो बाकी के नाल ਅਸੀਂ ਬੱਚਾ ਨਰਸਰੀ ਚ ਲੈ ਆਂਗੇ। ਇਹਨਾਂ ਨਹੀਂ ਗੱਲ ਮੰਨੀ, ਇਹਨਾਂ ਕਹਿੰਦੇ ਜੀ ऐसा रेफर करता लाहौर ही जाना पड़ेगा। नाज़रीन, जितने भी MS के में आए और नर्सरी का जो लॉलीपॉप है वो सब के सब ही देते रहे, क्योंकि अगर यहाँ पर प्री मैच्योर बच्चा उसकी पैदाइश होती है तो वो कहाँ पर जाएगा? अगर लाहौर में जाते जाते वो बच्चा तो वैसे ही दम तोड़ जाएगा, क्योंकि लाहौर का यहाँ से तकरीबन 25 से 30 किलोमीटर का फासला है और कोई बच्चा है तो इतना फासला तय भी नहीं कर सकता। और जो हमारे यहाँ के जो सियासतदान हैं, जो नुमाइंदे हैं हमारे, उन्होंने कई बार कहा कि हमने जो नर्सरी है उसका इफ्तिताह भी कर दिया है, नर्सरी बन जाएगी, मगर नर्सरी जो है वो अरसा दराज से ये तकरीबन तहसील मुरीदके का सबसे बड़ा जो हॉस्पिटल है वो THQ मुरीदके है। DHQ के बाद ये THQ मुरीदके का ऐसा हॉस्पिटल है जो सबसे बड़ा है, मगर याद ना होने के बराबर हैं। और कोई भी पेशेंट यहाँ पर आ जाए, डॉक्टर यहाँ पर वो उनका तो मोबाइलों से हाथ ही नहीं उठता, मोबाइल यूज़ में लगे रहते हैं, अपने अपने कामों में लगे रहते हैं, मगर जो मरीज़ आते हैं वो यहाँ पर ज़लीलो ख्वार हो जाते हैं। कोई भी मरीज़ आ जाए उसे चेकअप करने के बगैर ही उसे कहेंगे कि इन्हों लाहौर ले जाओ। और भी हमारे साथ यहाँ पर मौजूद हैं। अच्छा आंटी, तुसी दसो कि नाल आए सो की डॉक्टर क्या थे, किस तरह सारे रस्ते ਵਿੱਚ ਸਾਰਾ ਮਾਮਲਾ ਤੁਹਾਡੇ ਨਾਲ ਹੋਇਆ? ਇਸ ਤਰ੍ਹਾਂ ਹੀ ਸੀ, ਇਹਨਾਂ ਨੂੰ ਬੜਾ ਕਿਤੇ ਮੈਂ ਫਿਰ ਲਾਣਤ ਪਏ ਹੋ ਜੇ ਹਸਪੀਟਲ ਦੇ ਰਸਤੇ ਸਾਡੀ ਬੱਚੀ ਜਿਹੜੀ
ਖੁਦਾ ਨਖਾਸਤਾ ਉਹਦਾ ਉੱਥੇ ਉਹਨੂੰ ਬਲੱਡ ਤੇ ਜੇ ਕੋਈ ਮਸਲਾ ਬਣ ਸਕਦਾ हाँ ਇੰਨੀ ਕੁ ਸਾਡੀ ਹਾਲਤ ਕਰ ਅਸੀਂ ਸਾਰੇ ਕੰਮ ਗਏ ਪਰੇਸ਼ਾਨ ਹੋ ਗਏ हाँ ਤੇ ਬੱਚਾ ਪਿਆ ਫਿਰ ਔਲ ਵੀ ਜ਼ਾਹਰ ਕੇ ਅਸੀਂ ਘਬਰਾ ਗਏ ਉਹ ਫਿਰ ਜੀ, ਤੇ ਉਹ ਜੀ, ਤਰ੍ਹਾਂ ਦਰੂਦ ਸ਼ਰੀਫ ਪੜ੍ਹ ਕੇ ਹਜ਼ਰਤ ਅਲੀ ਦਾ मतलब ਨਾਮ डॉक्टर ही रस्ते ਵਿੱਚ ਕੋਈ ਨਹੀਂ ਸੀ ਨਾਲ ਕੋਈ ਵੀ ਤੇਰੀ ਤੇ ਸੀ ਉਹ ਸੋਹਣੇ ਅੱਲਾ ਦਾ ਨਾਮ ਲੈ ਲੈ ਕੇ ਹਜ਼ੂਰ ਦਾ ਤੇ ਅੱਲਾ ਨੇ ਸਾਡੇ ਤੇ ਕਰਮ ਕੀਤਾ ਫਿਰ ਬੱਚੀ ਦੀ ਹਾਲਤ ਬੜੀ ਥਾ ਜਾਂਦੇ ਉਹਨਾਂ ਕਹਾ ਜਲਦੀ ਨਾ ਫੌਰਨ 2 ਬੋਤਲਾਂ ਦਿੱਤਾਂ ਬੱਚੇ ਦਾ ਖੂਨ ਬੜਾ ਬਹਿ ਗਿਆ अच्छा ਅਸੀਂ ਇਹਨੇ ਘਬਰਾ ਕੇ ਗੱਡੀ ਦੇ ਵਿੱਚ ਆਣ ਕੇ ਤੁਸੀਂ ਗੱਡੀ ਵਾਲਿਆਂ ਨੂੰ ਪੁੱਛ ਸਕਦੇ ਹੋ हाँ ਬਿਸ਼ੱਕ ਇੱਥੋਂ ਦੀ ਐਮਐਲਐਸ ਸੀ ਜੀ, ਉਹਨੂੰ ਜੀ। ਪੁੱਛ ਸਕਦੇ ਹੋ ਕਿ ਇਹ ਹਾਲਤ ਹੋਈ ਕਿ ਉਹਨੇ ਫਿਰ ਨੱਸ ਕੇ ਜਾ ਕੇ ਉਹਨਾਂ ਸਿਸਟਰਾਂ ਨੂੰ ਆਂਦਾ ਉਹਨਾਂ ਨੇ ਆਣ ਕੇ ਫਿਰ ਉਹਦੇ ਅੰਦਰ ਹੀ ਬੱਚੇ ਦਾ ਨਾੜੂ ਸੰਗੜਿਆ ਬੱਚੇ ਨੂੰ ਲੈ ਕੇ ਐਮਰਜੈਂਸੀ ਦੇ ਤਲ ਗਏ ਬੱਚੀ ਨੂੰ ਅੰਦਰ ਲੈ ਗਏ ਜਲਦੀ ਨਾਲ ਸਾਨੂੰ ਖੂਨ ਕੋਲ ਹਟਣਾ ਬੰਦਾ ਵੀ ਨਹੀਂ ਕੋਈ ਹੈਗਾ ਸੀ ਤੇ ਜਾਣ ਕੇ ਚੈੱਕ ਕਰਾਣਾ ਇੱਥੇ ਹਾਲਤ ਖਰਾਬ ਹੋ ਗਈ ਪਿੱਛੋਂ ਮੁੰਡੇ ਰਲੇ ਨੇ ਫਿਰ ਹਾਂ ਜ਼ਬਰਦਸਤੀ ਖੂਨ ਮੁੰਡਿਆਂ ਨੂੰ ਫੋਨ ਕਰਕੇ 2 ਬੋਤਲਾਂ ਦਿੱਤੀਆਂ ਹਾਂ ਤੇ ਫਿਰ ਕੀ ਫਾਇਦਾ ਇਹਦਾ ਨੂੰ ਬੰਦ ਕਰ ਦੇਣ ਫਿਰ ਜਾਂ ਸਾਨੂੰ ਪਹਿਲੇ ਜਵਾਬ ਦੇਣ ਤੁਸੀਂ ਸਾਈਡ ਤੇ ਚਲੇ ਜਾਓ ਪਹਿਲੀ ਬੱਚੀ ਵਾਰੀ ਵੀ ਸਾਡੇ ਨਾਲ ਨਿਆਣੀ ਜੀ ਕਿਤੇ ਐਸੇ ਬੱਚੀ ਦੇ 9 ਮਹੀਨੇ ਤੱਕ ਅਸੀਂ ਇੱਥੇ ਆਂਦੇ ਰਹੇ तुम यही डॉक्टर ਉਹਨੇ ਉਦੋਂ ਵੀ ਇਹ ਨਹੀਂ ਪਤਾ ਕਿਹੜੀ ਡਾਕਟਰ ਸੀ ਮੈਨੂੰ ਨਹੀਂ ਨਾਂ ਯਾਦ टीएचक्यू अस्पताल ਤੇ ਆਈ ਅਸੀਂ ਇਹਨਾਂ ਨੇ ਆ ਟਾਈਮ ਤੇ ਨਾ ਕਹਿ ਲਿਆ ਅਸੀਂ ਫਿਰ ਗੁੱਸੇ ਨਾਲ ਪ੍ਰਾਈਵੇਟ ਕਰਾਇਆ ਮਾੜੇ ਬੰਦੇ ਸਨ ਕਰਜ਼ਾ ਚੁੱਕ ਕੇ ਹੁਣ ਵੀ ਅਸੀਂ ਚਲੋ ਜ਼ਾਹਰ ਸਾਡੇ ਕੋਲ ਐਸਨ ਪਾਸੇ ਅਸੀਂ ਲੈ ਗਏ ये ਐਂਬੂਲੈਂਸ ਦਾ ये ਜੇ जो ये पढ़ी लिखी नहीं है बता सके मगर मैं आपको ज़रूर ट्रांसलेट करके मैं बताऊंगा कि जहाँ जितनी भी यहाँ पर डॉक्टर्स अंदर बैठी हुई हैं सबके सबके यहाँ में या किसी और जगह पर प्राइवेट हॉस्पिटल ज़रूर हैं ना करने का मतलब ये होता है कि ये फौरी किसी प्राइवेट हॉस्पिटल से रब्ता करें और वहाँ पे जाके इनको हज़ारों में जो इनकी फ़ीस बनती है वो इनको अदा करें लाखों की तनख्वाह यहाँ से लेती हैं हमें वहाँ पर बिल जो आपने हॉस्पिटल जो प्राइवेट बनाए हुए हैं उन्होंने वहाँ पर डालती हैं ਤੁਸੀਂ ਮੈਨੂੰ ਇਹ ਦੱਸੋ ਕਿ ਹੁਣ ਤੁਹਾਡੇ ਮਰੀਜ਼ ਦਾ ਤੇ ਉਹ ਬੱਚੇ ਦਾ ਕੀ ਹਾਲ ਹੈ ਬੱਚੇ ਦੀ ਕੋਈ ਹਾਲਤ ਨਹੀਂ ਹੈ ਇੱਥੇ ਰਹੀ ਹੁਣ ਅੱਜ ਕਾਤੇ ਸੁਣ ਚੱਲਿਆ ਫੋਨ ਤੇ ਫੋਨ ਆਣ ਕਹਿੰਦਾ ਮਿਉਂ ਦੇ ਵਿੱਚ ਲੈ ਕੇ ਜਾ ਬੱਚੇ ਦੀ ਹਾਲਤ ਵਿਗੜ ਗਈ ਹੈ ਬਹੁਤ ਜ਼ਿਆਦਾ ਖਰਾਬ ਹੋ ਗਈ ਜਿਹੜੀ ਮਾਂ ਸੀ ਬੱਚੀ ਦੇ ਹੁਣ ਕੁਛ ਸਹੀ ਹੁਣ ਬੋਤਲਾਂ ਬਾਤਲਾਂ ਲੱਗੀਆਂ ਨੇ ਉਹ ਕੁਛ ਤੇ ਹੁਣ ਮਿਉਂ ਚੱਲਣ ਤੇ ਇਧਰ ਆਉਣਾ ਨਹੀਂ ਸੀ ਹੈਗਾ ਸਾਨੂੰ ਅੰਮ੍ਰਿਤਸਰ ਆਣਾ ਪਿਆ ਇਸ ਵਾਸਤੇ ਕਹਿਣਾ ਇਸ ਤਰ੍ਹਾਂ ਕੋਈ ਗਰੀਬ ਹੈ ਕਿਸੇ ਕੋਲ ਅਸੀਂ ਚਲੋ ਗੱਡੀ ਚੱਲ ਕੇ ਰਸਤੇ ਜੋਗ ਵੀ ਪੈਸੇ ਨਹੀਂ ਹੈਗੇ ਉਹ ਫਿਰ ਵਿਚਾਰ ਦੇ ਰਸਤੇ ਦੇ ਵਿੱਚ ਇਹ ਹਾਲਤ ਹੋ ਜੇ ਤਾਂ ਕੀ ਰਸਤੇ ਵਿੱਚੋਂ ਕਰੇ ਕੀ ਕਰੇ ਦੱਸੋ ਜ਼ਾਹਰ ਹੈ ਅਸੀਂ ਵੀ ਤੁਸੀਂ ਵੀ ਭੈਣਾਂ ਬੱਚੀਆਂ ਵਾਲੇ ਕੋਈ ਮਾਮਲਾ ਹੋ ਸਕਦਾ ਜਾਂ ਡਾਕਟਰ ਇਹਦੀ ਬੱਚੀ ਨੇ ਮਾਮਲਾ ਤੇ ਇਹਦੇ ਤੇ ਕੀ ਗੁਜ਼ਰੇਗੀ ਜ਼ਾਹਰ ਹੈ ਤੇ ਇੰਨੀ ਬੇਇੱਜ਼ਤੀ ਕਿੱਡੀ ਇੱਜ਼ਤ ਮੌਤ ਵੀ ਤਾਂ ਬੱਚਾ ਇਹਨਾਂ ਕੋਈ ਸ਼ਰਮ ਨਾ ਪਾ ਕੇ ਤੁਹਾਡੇ ਕੋਲ ਕੋਈ ਸਿਫਾਰਿਸ਼ ਵਗੈਰਾ ਜਾਂ ਪੈਸੇ ਸਿਫਾਰਿਸ਼ ਨਹੀਂ ਸੀ ਅਜੇ ਨਹੀਂ ਕੋਈ ਵੀ ਨਹੀਂ ਸੀ ਇੱਥੇ ਹੈਗੀ ਸਿਫਾਰਿਸ਼ ਕੀ ਆਂਦੇ ਰਹੇ ਸਿਫਾਰਿਸ਼ ਤੋਂ ਬਗੈਰ ਨਹੀਂ ਕੰਮ ਹੁੰਦੇ ਨਹੀਂ ਤਾਂ ਸਿਫਾਰਿਸ਼ ਤੋਂ ਬਗੈਰ ਕਿ ਹੁਣ ਅਗਰ ਤੁਹਾਡੀ ਬੱਚੀ ਨੂੰ ਕੁਝ ਹੋ ਜਾਂਦਾ ਹੈ ਤੇ ਉਹਦਾ ਕੌਣ ਜ਼ਿੰਮੇਵਾਰ ਕਹਿੰਦੇ ਆ ਕਿ ਮੁਸ਼ਕਿਲ ਵਾਲੀ ਗੱਲ ਹੈ ਕਿ ਉਸ ਦਿਨ ਦਾ ਉੱਥੇ ਬੱਚੀ ਨੂੰ ਅਗਰ ਫੋਨ ਵੀ ਵੱਡੀ ਨੂੰ ਦੋ ਨੰਬਰ ਲੈ ਤੇ ਹੁਣ ਬੱਚੇ ਲੈ ਅੱਛਾ ਮੇਰੀ ਭੈਣ ਤੁਸੀਂ ਮੈਨੂੰ ਦੱਸੋ ਕਿ ਅਗਰ ਤੁਹਾਡੀ ਬੱਚੀ ਦੇ ਨਾਲ ਕੋਈ ਮਿਸਹੈਪ ਹੋ ਜਾਂਦਾ ਹੈ ਤੇ ਕੀ ਕਰੋਗੇ ਇਹਨਾਂ ਦੇ ਸਾਜ਼ਰ ਹੈ सर को खुदा तो ना पूछेगा की करना गरीब इंसान की कर सकता है अल्लाह तो डोरी छोड़ता ना अल्लाह ना को पूछेगा ये जो सरकारी हॉस्पिटलों के जो हालात हैं वो आप लोगों के सामने हैं ये हमने आप लोगों को बता दिया कि इन लोगों के साथ क्या हो गया मरियम नवाज साहबा आप कभी तो मोबाइल जो वैन है जो डॉक्टरों के लिए घरों की दहलीज तक लोगों को इलाज की फराहमी के लिए भी कोशिश कर रही हैं हॉस्पिटलों में भी आप यहाँ पर कोशिश कर रही हैं कि मरीज़ों को अच्छे तरीके से देखा जाए मगर जो आपकी बातें हैं वो सिर्फ कहने की हद तक हैं अमल कितना होता है वो ये देख लें ये मिसाल है ये कोई पहली फैमिली नहीं है जो जिनके साथ ये वाक़या पेश आया बहुत सारी ऐसी फैमिलीज है जिनके साथ ऐसा वाक़या पेश आता है और जिनके बच्चे या माँ के साथ कोई मिसहैप हो जाता है कोई इंसिडेंट हो जाता है वो बेचारे तो इस काबिल भी नहीं होते कि मीडिया के सामने आ जाएं मगर इन्होंने सबकी जंग लड़ी है सबकी आवाज़ उठाई है भी कहना कि अगर हमारे बच्चे को या बच्चे की वालदा को अगर कुछ हो जाता है तो उसका ज़िम्मेदार ये अस्पताल का जो अमला है वो होगा और मोहतरमा मरियम नवाज साहबा आप सिर्फ बातें करती हैं आप हॉस्पिटलों में रात गए छापे भी 1-2 जगह पे आप गई हैं कि मैं जाके देखूं कि वहाँ पे क्या हालात हैं कभी THQ मरीज के में भी तशरीफ़ लाएं और यहाँ पर क्या हो रहा है और आपसे एक और गुजारिश करना चाहूँगा कि THQ के बाहर एक ऐसा रोबोट खड़ा कर दें कि अब मरीज़ अंदर दाखिल होने की कोशिश करे तो वो रोबोट उसी वक्त बोल के बता दे कि एनुल और ले जाओ क्योंकि अंदर जो डॉक्टर हैं वो मोबाइल में मसरूफ़ हैं और उनको अपने को ज़ाती मामलात हैं वो काम करते हैं तो सिर्फ किसी सियासी सिफारिश पे या किसी बड़े शख्स की सिफारिश हो तभी काम होता है ऐसे गरीबों के लिए ये हॉस्पिटल बिल्कुल नहीं है जैसा कि माँ जी कह रही हैं कि इस हॉस्पिटल को बंद कर देना चाहिए अगर गरीबों को यहाँ पर इलाज की सहूलत नहीं मिलनी